जी आए ਨੂੰ ਪਿਆਰੇ ਵਿਦਿਆਰਥੀਓ 12th ਕਲਾਸ ਦੀ ਇੰਗਲਿਸ਼ ਦੀ ਬੁੱਕ ਅ ਰੇਨਬੋ ਆਫ ਇੰਗਲਿਸ਼ ਉਸਦਾ ਸੈਕਸ਼ਨ ਸੀ ਲੈਸਨ ਨੰਬਰ 6 ਦੀ ਬੁੱਲ ਬੀਨੀਥ ਦੀ ਅਰਥ ਅਰਥਾਤ ਧਰਤੀ ਹੇਠਲਾ ਬਲਦ ਕੁਐਸਚਨ ਆਨਸਰਸ ਸੈਕਸ਼ਨ 2 ਅਰਥਾਤ ਲੌਂਗ ਆਨਸਰ ਟਾਈਪ ਕੁਐਸਚਨਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਆਨਸਰਸ ਨੂੰ ਨੋਟ ਡਾਊਨ ਕਰ ਲਓ। ਐਕਸਪਲੇਨੇਸ਼ਨ ਨੂੰ ਰੀਡਿੰਗ ਨੂੰ ਬੜੇ ਧਿਆਨ ਦੇ ਨਾਲ ਸੁਣੋ। ਔਖੇ ਸ਼ਬਦਾਂ ਦੇ ਅਰਥ ਜਿਹੜੇ ਦੱਸੇ ਜਾਣਗੇ ਉਹ ਨਾਲ ਦੇ ਨਾਲ ਪੰਜਾਬੀ ਵਿੱਚ ਨੋਟ ਕਰ ਲਓ, ਪਰ ਬਾਅਦ ਵਿੱਚੋਂ ਤੁਸੀਂ ਇਹਨਾਂ ਸਾਰੇ ਆਨਸਰਸ ਨੂੰ ਬਿਨਾਂ ਦੇਖੇ ਘੱਟ ਤੋਂ ਘੱਟ ਇੱਕ ਵਾਰੀ ਲਿਖਣ ਦਾ ਅਭਿਆਸ ਜ਼ਰੂਰ ਕਰਨਾ ਹੈ। ਸੋ ਸ਼ੁਰੂ ਕਰੀਏ। ਸੋ ਪਹਿਲਾ ਕੁਐਸਚਨ ਹੈ ਰਾਈਟ ਅ ਕਰੈਕਟਰ ਸਕੈਚ ਆਫ ਕਰਮ ਸਿੰਘ ਅਰਥਾਤ ਕਰਮ ਸਿੰਘ ਦਾ ਜੋ ਕਿਰਦਾਰ ਹੈ ਲੈਸਨ ਦੇ ਵਿੱਚੋਂ ਸਬਕ ਦੇ ਵਿੱਚੋਂ ਪਤਾ ਲੱਗਦਾ ਹੈ ਉਹਨੂੰ ਸ਼ਬਦਾਂ ਵਿੱਚ ਬਿਆਨ ਕਰੋ। ਠੀਕ ਹੈ। ਸੋ ਕਰਮ ਸਿੰਘ ਇਜ਼ ਅ ਹਵਲਦਾਰ ਇਨ ਦੀ ਆਰਮੀ, ਉਹ ਆਰਮੀ ਦੇ ਵਿੱਚ ਹਵਲਦਾਰ ਹੈ ਕਰਮ ਸਿੰਘ, ਐਂਡ ਬਿਲੋਂਗਸ ਟੂ ਠਾਠੀਖਾੜਾ ਵਿਲੇਜ ਇਨ ਦੀ ਅੰਮ੍ਰਿਤਸਰ ਡਿਸਟ੍ਰਿਕਟ, ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਠਾਠੀਖਾੜਾ ਪਿੰਡ ਨੂੰ ਬਿਲੋਂਗ ਕਰਦਾ ਹੈ। ਹੀ ਨੈਵਰ ਮਿਸਿਸ ਹਿਜ਼ ਸ਼ਾਟ ਅਰਥਾਤ ਉਹਦਾ ਨਿਸ਼ਾਨਾ ਕਦੀ ਵੀ ਖਾਲੀ ਨਹੀਂ ਜਾਂਦਾ। ਐਂਡ ਹੈਜ਼ ਵਨ ਮੈਨੀ ਰਾਈਫਲ ਕੰਪੀਟੀਸ਼ਨ ਅਰਥਾਤ ਉਹਨੇ ਬੰਦੂਕ ਦੇ ਜਿਹੜੇ ਹੁੰਦੇ ਨੇ ਕੰਪੀਟੀਸ਼ਨ ਮੁਕਾਬਲੇ ਹੁੰਦੇ ਨੇ ਉਹ ਬੜੇ ਸਾਰੇ ਜਿੱਤੇ ਨੇ। ਇਨ ਹਿਜ਼ ਰੈਜੀਮੈਂਟ ਹੀ ਇਜ਼ ਫੇਮਸ ਐਜ਼ ਅ ਸ਼ਾਰਪ ਸ਼ੂਟਰ ਅਰਥਾਤ ਆਪਣੇ ਰੈਜੀਮੈਂਟ ਵਿੱਚ ਉਹ ਇੱਕ ਪੱਕੇ ਨਿਸ਼ਾਨਚੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਮਸ਼ਹੂਰ ਹੈ। ਤੁਹਾਡੀ ਕਿਤਾਬ ਵਿੱਚ ਸ਼ਬਦ ਵਰਤਿਆ ਹੈ ਕਰੈਕ ਸ਼ਾਟ। ਕਰੈਕ ਸ਼ਾਟ ਦਾ ਮਤਲਬ ਵੀ ਉਹੀ ਬੰਦਾ ਹੁੰਦਾ ਹੈ ਜਿਹਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ, ਤੇ ਦੂਜਾ ਸ਼ਬਦ ਹੈਗਾ ਉਹਦਾ ਸ਼ਾਰਪ ਸ਼ੂਟਰ। ਸੋ ਮੈਂ ਜਾਣ ਕੇ ਵਾਲਾ ਸ਼ਬਦ ਵਰਤਿਆ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਨਵੇਂ ਤੋਂ ਨਵੇਂ ਸ਼ਬਦਾਂ ਦਾ ਪਤਾ ਲੱਗੇ। ਸੋ ਕਰੈਕ ਸ਼ੂਟਰ, ਕਰੈਕ ਸ਼ਾਟ ਤੇ ਸ਼ਾਰਪ ਸ਼ੂਟਰ ਦਾ ਇੱਕੋ ਹੀ ਮਤਲਬ ਹੈ। ਇਹ ਉਸ ਬੰਦੇ ਲਈ, ਉਸ ਇਨਸਾਨ ਲਈ ਸ਼ਬਦ ਵਰਤਿਆ ਜਾਂਦਾ ਹੈ ਜਿਹਦਾ ਨਿਸ਼ਾਨਾ ਖਾਲੀ ਨਾ ਜਾਏ ਜਾਂ ਜਿਹਦਾ ਨਿਸ਼ਾਨਾ ਬੜਾ ਪੱਕਾ ਹੋਵੇ। ਅਸੀਂ ਉਹਨੂੰ ਕਹਿੰਦੇ ਕਰੈਕ ਸ਼ਾਟ ਜਾਂ ਸ਼ਾਰਪ ਸ਼ੂਟਰ, ਜਾਂ ਇੱਕ ਹੋਰ ਸ਼ਬਦ ਹੈ ਮਾਰਕਸਮੈਨ। ਠੀਕ ਹੈ। ਸੋ ਪ੍ਰੈਸਿੰਗ ਦੀ ਰਾਈਫਲਸ ਟ੍ਰਿਗਰ, ਟ੍ਰਿਗਰ ਮੈਨੇ ਘੋੜਾ ਬੰਦੂਕ ਦਾ, ਅਰਥਾਤ ਰਾਈਫਲ ਦੇ ਟ੍ਰਿਗਰ ਨੂੰ ਦੱਬਣਾ। ਰਾਈਫਲ ਦੇ ਘੋੜੇ ਨੂੰ ਦੱਬਣ ਦਾ ਮਤਲਬ ਹੈ, ਮਤਲਬ ਹੈ ਡਾਊਨਿੰਗ ਐਨ ਐਨੀਮੀ ਸੋਲਜਰ, ਕਿ ਇੱਕ ਦੁਸ਼ਮਣ ਦੇ ਫੌਜੀ ਨੂੰ ਢਹਿ ਢੇਰੀ ਕਰ ਦੇਣਾ ਅਰਥਾਤ ਉਹਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ। ਜਦੋਂ ਵੀ ਉਹਨੇ ਰਾਈਫਲ ਦਾ ਘੋੜਾ ਦੱਬਿਆ ਹੈ ਤੇ ਸਮਝੋ ਦੁਸ਼ਮਣ ਦਾ ਕੋਈ ਫੌਜੀ ਥੱਲੇ ਡਿੱਗਿਆ ਹੈ। ਠੀਕ ਹੈ। ਇਨ ਦੀ ਬਰਮਾ ਵਾਰ ਅਰਥਾਤ ਬਰਮਾ ਦੀ ਜੰਗ ਵਿੱਚ ਹੀ ਹੈਜ਼ ਕਿਲਡ ਮੈਨੀ ਜੈਪਨੀਜ਼ ਸੋਲਜਰਸ, ਉਹਨੇ ਇਸ ਤਰ੍ਹਾਂ ਆਪਣੇ ਨਿਸ਼ਾਨੇ ਕਰਕੇ ਬਹੁਤ ਸਾਰੇ ਜਾਪਾਨੀ ਫੌਜੀਆਂ ਨੂੰ ਮਤਲਬ ਕਿ ਖਤਮ ਕੀਤਾ ਹੈ, ਮਾਰਿਆ ਹੈ। ਇਨ ਦੀ ਜਿਮਨੇਜ਼ੀਅਮ ਆਲਸੋ, ਜਿਮ ਦੇ ਵਿੱਚ ਵੀ ਹਿਜ਼ ਫੀਟਸ, ਫੀਟ ਹੁੰਦੇ ਕਰਤੱਵ, ਜ਼ਿਕਰਯੋਗ ਕਾਰਨਾਮੇ, ਲੀਵ ਪੀਪਲ ਵੰਡਰਸਟਕ, ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਕਿ ਉਹ ਇੰਨਾ ਤਗੜਾ ਹੈ, ਇੱਦਾਂ ਦੀਆਂ ਵਰਜਿਸ਼ਾਂ ਕਰਦਾ ਹੈ ਜਾਂ ਭਾਰ ਚੁੱਕਦਾ ਹੈ। ਉਹ 'ਚ ਲੈਸਨ 'ਚ ਵੇਰਵਾ ਨਹੀਂ ਦਿੱਤਾ, ਪਰ ਕਹਿੰਦੇ ਜਿਮ ਦੇ ਵਿੱਚ ਵੀ ਉਹ ਬੜਾ ਤਗੜੇ ਉਹਦੇ ਕਾਰਨਾਮੇ ਨੇ, ਲੋਕ ਦੇਖ ਕੇ ਹੈਰਾਨ ਰਹਿ ਜਾਂਦੇ ਨੇ। ਵੈਨ ਹੀ ਇਜ਼ ਔਨ ਲੀਵ, ਜਦੋਂ ਛੁੱਟੀ ਤੇ ਹੁੰਦਾ ਹੈ, ਵਿਲੇਜਰਸ ਥਰੋਂਗ, ਥਰੋਂਗ ਹੁੰਦਾ ਹੈ ਵੱਡੀ ਗਿਣਤੀ ਵਿੱਚ ਕਿਤੇ ਜਾਣਾ। ਸੋ ਉਹਦੇ ਕੋਲ ਜਾਂਦੇ ਨੇ, ਥਰੋਂਗ ਟੂ ਲਿਸਨ ਟੂ ਹਿਜ਼ ਅਨਬ੍ਰੋਕਨ ਲਾਈਵਲੀ ਕੋਰਸ ਆਫ ਡਿਸਕਸ਼ਨ। ਕੋਰਸ ਆਫ ਡਿਸਕਸ਼ਨ ਦਾ ਮਤਲਬ ਹੁੰਦਾ ਹੈ ਚਰਚਾ ਦੀ ਲੜੀ। ਲਾਈਵਲੀ ਮੈਨੇ ਊਰਜਾ ਭਰਪੂਰ, ਮਤਲਬ ਕਿ ਬਹੁਤ ਜਾਨਦਾਰ, ਜਿਹ 'ਚ ਮਤਲਬ ਕਿ ਬੜੀ ਰੌਣਕ ਹੋਵੇ। ਅਨਬ੍ਰੋਕਨ ਮੈਨੇ ਬਿਨਾਂ ਰੁਕੇ। ਸੋ ਬਿਨਾਂ ਰੁਕੇ ਜਿਹੜੀ ਉਹ ਚਰਚਾ ਦੀ ਲੜੀ ਹੈ ਜ਼ੋਰਦਾਰ, ਉਹਨੂੰ ਸੁਣਨ ਲਈ ਜਿਹੜੇ ਉਹਦੇ ਪਿੰਡ ਦੇ ਲੋਕ ਨੇ ਉਹਦੇ ਆਲੇ ਦੁਆਲੇ ਘੇਰਾ ਬੰਨ ਲੈਂਦੇ ਨੇ। ਥਰੋਂਗ ਮਤਲਬ ਵੱਡੀ ਗਿਣਤੀ ਵਿੱਚ ਜਾ ਕੇ ਉਹਦੇ ਕੋਲ ਬੈਠਦੇ ਨੇ। ਫਿਰ ਅਗਲੀ ਗੱਲ ਹੈ ਹਿਜ਼ ਐਗਰੀਏਬਲ ਸਪੀਚ, ਉਹਦਾ ਬੋਲਬਾਣੀ ਜਿਹੜੀ ਹੈ ਉਹ ਬੜੀ ਐਗਰੀਏਬਲ ਅਰਥਾਤ ਸਾਰਿਆਂ ਨਾਲ ਮਤਲਬ ਕਿ ਮੇਲ ਖਾਂਦੀ ਹੈ, ਸਭ ਨੂੰ ਲੱਗਦਾ ਕਿ ਇਹ ਸਾਡੇ ਵਿੱਚੋਂ ਇੱਕ ਹੈਗਾ, ਉਹਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਨੇ। ਅਰਥਾਤ ਡਿਸਐਗਰੀਏਬਲ ਹੁੰਦਾ ਜਿਹਨਾਂ ਬੰਦੇ ਦੀ ਕੋਈ ਸੁਰ ਰਲਦੀ ਨਹੀਂ ਹੈਗੀ, ਉਹਦੀ ਸੁਰ ਸਾਰਿਆਂ ਨਾਲ ਰਲਦੀ ਹੈਗੀ ਹੈ, ਸਾਰੇ ਉਹਨੂੰ ਪਸੰਦ ਕਰਦੇ ਨੇ। ਹਿਜ਼ ਐਗਰੀਏਬਲ ਸਪੀਚ ਅਟਰੈਕਟਸ ਪੀਪਲ, ਉਹਦੀ ਜਿਹੜੀ ਐਗਰੀਏਬਲ ਸਪੀਚ ਹੈਗੀ ਹੈ, ਉਹਦੀ ਬੋਲਬਾਣੀ ਮਿੱਠੀ, ਜਾਂ ਉਹ ਸਾਰਿਆਂ ਨੂੰ ਮਾਣ ਸਤਿਕਾਰ ਆਪਣੇ ਲੈਵਲ 'ਤੇ ਰੱਖ ਕੇ ਗੱਲਬਾਤ ਕਰਦਾ ਹੈ, ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਐਂਡ ਮੇਕਸ ਦੈਮ ਸਿਟ ਬਾਈ ਸਾਈਡ, ਅਤੇ ਉਹਨਾਂ ਨੂੰ ਉਹਦੇ ਆਲੇ ਦੁਆਲੇ ਬੈਠਣ ਨੂੰ ਮਜਬੂਰ ਕਰਦੀ ਹੈ। ਐਂਡ ਲਿਸਨ ਟੂ ਹਿਜ਼ ਟੇਲਸ ਆਫ ਵਾਰ, ਅਤੇ ਫਿਰ ਉਹਦੀਆਂ ਜਿਹੜੀਆਂ ਜੰਗ ਦੀਆਂ ਕਹਾਣੀਆਂ ਨੇ, ਜਿਹੜੀਆਂ ਘਟਨਾਵਾਂ ਨੇ, ਐਂਡ ਐਡਵੈਂਚਰ, ਜਾਂ ਜਿਹੜੇ ਜੋਖਿਮ ਭਰੇ ਕੰਮ ਕੀਤੇ ਨੇ, ਉਹਨਾਂ ਨੂੰ ਸੁਣਨ ਲਈ ਉਹ ਉਹਦੇ ਕੋਲ ਬੈਠਦੇ ਨੇ, ਉਹਦੇ ਵੱਲ ਖਿੱਚੇ ਜਾਂਦੇ ਹਨ। ਹੀ ਇਜ਼ ਅ ਵਾਰਮ ਫਰੈਂਡਲੀ ਕਰੈਕਟਰ, ਉਹ ਇੱਕ ਨਿੱਘੇ ਸੁਭਾਅ ਦਾ, ਦੋਸਤਾਨਾ ਸੁਭਾਅ ਦਾ ਉਹਦਾ ਕਿਰਦਾਰ ਹੈ। ਸੋ ਬੱਚਿਓ ਜਿੰਨਾ ਕਿਤਾਬ 'ਚੋਂ ਉਹਦੇ ਬਾਰੇ ਜਾਣਕਾਰੀ ਮਿਲੀ ਹੈ ਉਹਨੂੰ ਇਸ ਤਰ੍ਹਾਂ ਅਸੀਂ ਸ਼ਬਦਾਂ ਦੇ ਰੂਪ ਵਿੱਚ ਉਹਦਾ ਕਿਰਦਾਰ ਜਿਹੜਾ ਹੈ ਪੇਸ਼ ਕਰ ਦਿੱਤਾ ਹੈ। ਠੀਕ ਹੈ, ਅੱਗੇ ਚਲੀਏ। ਅਗਲਾ ਆ ਗਿਆ ਰਾਈਟ ਅ ਕਰੈਕਟਰ ਸਕੈਚ ਆਫ ਮਾਨ ਸਿੰਘ। ਹੁਣ ਉਹਦਾ ਕਰਮ ਸਿੰਘ ਦਾ ਦੋਸਤ ਹੈਗਾ ਇੱਕ ਮਾਨ ਸਿੰਘ, ਹੁਣ ਕਹਿੰਦੇ ਉਹਦਾ ਕਰੈਕਟਰ ਸਕੈਚ ਲਿਖੋ। ਸੋ ਮਾਨ ਸਿੰਘ ਇਜ਼ ਫਰੋਮ ਚੂਹੜਖਾਨਾ, ਇਹ ਚੂਹੜਖਾਨੇ ਤੋਂ ਹੈ। ਨਾਓ ਇਨ ਪਾਕਿਸਤਾਨ, ਚੂਹੜਖਾਨਾ ਇਸ ਵੇਲੇ ਪਾਕਿਸਤਾਨ 'ਚ ਹੈਗਾ। ਹੀ ਇਜ਼ ਅ ਨਾਇਕ ਇਨ ਦੀ ਸੇਮ ਰੈਜੀਮੈਂਟ ਐਜ਼ ਕਰਮ ਸਿੰਘ, ਉਹ ਕਰਮ ਸਿੰਘ ਵਾਲੇ ਰੈਜੀਮੈਂਟ ਦੇ ਵਿੱਚ ਹੀ ਨਾਇਕ ਹੈਗਾ। ਜੋ ਕਰਮ ਸਿੰਘ ਹੈ ਉਹ ਹਵਲਦਾਰ ਹੈ, ਇਹ ਨਾਇਕ ਹੈਗਾ। ਐਂਡ ਇਜ਼ ਹਿਜ਼ ਗੁੱਡ ਫਰੈਂਡ, ਅਤੇ ਉਹਦਾ ਵਧੀਆ ਦੋਸਤ ਹੈਗਾ।
ਮਾਨ ਸਿੰਘ ਇਜ਼ ਗੋਇੰਗ ਹੋਮ ਔਨ ਲੀਵ, ਮਾਨ ਸਿੰਘ ਆਪਣੇ ਘਰ ਛੁੱਟੀ ਤੇ ਜਾ ਰਿਹਾ ਹੈ। ਐਂਡ ਕਰਮ ਸਿੰਘ ਰਿਕੁਐਸਟਸ ਹਿਮ ਟੂ ਵਿਜ਼ਿਟ ਹਿਜ਼ ਫੈਮਿਲੀ, ਤੇ ਕਰਮ ਸਿੰਘ ਨੂੰ ਬੇਨਤੀ ਕਰਦਾ ਹੈ ਕਿ ਜਦੋਂ ਛੁੱਟੀ ਤੇ ਜਾਏ ਤੇ ਉਹਦੇ ਪਰਿਵਾਰ ਨੂੰ ਵੀ ਮਿਲ ਕੇ ਆਏ, ਉਹਨਾਂ ਦੀ ਗੱਲਾਂ ਲੈ ਕੇ ਆਏ ਤੇ ਮੇਰਾ ਸੁਨੇਹਾ ਲੈ ਕੇ ਜਾਏ, ਠੀਕ ਹੈ। ਐਂਡ ਹੀ ਇਜ਼ ਐਕਸਾਈਟਿਡ ਟੂ ਓਬਲਾਈਜ ਹਿਜ਼ ਫਰੈਂਡ, ਤੇ ਉਹ ਆਪਣੇ ਦੋਸਤ ਦੀ ਗੱਲ ਮੰਨਣ ਲਈ ਬੜਾ ਉਹਨੂੰ ਚਾਹ ਹੈਗਾ ਵੀ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਜ਼ਰੂਰ ਜਾਵਾਂਗਾ ਜਦੋਂ ਐਕਸਾਈਟਿਡ, ਉਹਨੂੰ ਆਪਣੇ ਘਰ ਜਾਣ ਦੀ ਵੀ ਖੁਸ਼ੀ ਹੈ। ਤੇ ਜਦੋਂ ਉਹਦੇ ਮਿੱਤਰ ਨੇ ਕਿਹਾ ਕਰਮ ਸਿੰਘ ਨੇ ਤੂੰ ਮੇਰੇ ਘਰ ਜਾਣਾ ਹੈ, ਤੇ ਉਹਦਾ ਵੀ ਉਹਨੂੰ ਬੜਾ ਚਾਹ ਹੈਗਾ, ਕਹਿੰਦਾ ਕਿ ਮੈਂ ਆਪਣੇ ਦੋਸਤ ਦੀ ਗੱਲ ਮੰਨਾਂਗਾ। ਓਬਲਾਈਜ ਹਿਜ਼ ਫਰੈਂਡ ਵੀ ਉਹਦੀ ਹੈ ਗੱਲ ਮੈਂ ਮੰਨਾਂਗਾ। ਮਾਨ ਸਿੰਘ ਹਾਊ ਐਵਰ ਰਿਸੀਵਸ ਅ ਕੋਲਡ ਐਂਡ ਇਨਡਿਫਰੈਂਟ ਵੈਲਕਮ, ਪਰ ਹੁੰਦਾ ਕੀ ਹੈ ਮਾਨ ਸਿੰਘ ਪਰ ਉਹਨੂੰ ਇੱਕ ਕਿਹੋ ਜਿਹਾ ਸਵਾਗਤ ਮਿਲਦਾ ਹੈ, ਇਨਡਿਫਰੈਂਟ ਬੇਰੁਖੀ ਵਾਲਾ ਅਤੇ ਠੰਡਾ, ਤੇ ਉਹਨੂੰ ਲੱਗਦਾ ਵੀ ਇਹਨੂੰ ਤੇ ਮੇਰੇ ਆਉਣ ਦਾ ਕੋਈ ਚਾਅ ਹੀ ਨਹੀਂ ਹੈਗਾ, ਠੀਕ ਹੈ। ਵੈਨ ਹੀ ਰੀਚਿਸ ਹਿਜ਼ ਹਾਊਸ, ਜਦੋਂ ਉਹਨਾਂ ਦੇ ਘਰ ਪਹੁੰਚਦਾ ਹੈ ਤੇ ਉਹਨੂੰ ਉਹਨਾਂ ਦੇ ਮੈਂਬਰਾਂ ਵੱਲੋਂ ਮਾਨ ਸਿੰਘ ਨੂੰ ਕਰਮ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਇੱਕ ਠੰਡਾ ਤੇ ਬੇਰੁਖੀ ਵਾਲਾ ਜਿਹੜਾ ਸਵਾਗਤ ਹੈ ਉਹਨੂੰ ਹੁੰਦਾ ਹੈ। ਦੀ ਮੈਂਬਰ ਸੀਮ ਟੂ ਬੀ ਪ੍ਰੀਆਕੂਪਾਈਡ, ਇਵੇਂ ਲੱਗਦਾ ਜੀ ਮੈਂਬਰ ਨਾ ਆਪਣੇ ਕਿਤੇ ਖਿਆਲਾਂ ਵਿੱਚ ਗੁਆਚੇ ਹੋਏ ਨੇ। ਪ੍ਰੀਆਕੂਪਾਈਡ ਮਤਲਬ ਕਿ ਕਿਸੇ ਹੋਰ ਉਹਨਾਂ ਨੂੰ ਧਿਆਨ 'ਚ ਹੈਗਾ ਤੇ ਉਹਨੂੰ ਕਰਮ ਸਿੰਘ ਦੇ ਆਉਣ ਦਾ ਉਹਨਾਂ ਨੂੰ ਕੋਈ ਖੁਸ਼ੀ ਜਾਂ ਕੋਈ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ। ਮਾਨ ਸਿੰਘ ਹੈਜ਼ ਅ ਪੇਸ਼ੈਂਟ ਡਿਸਪੋਜੀਸ਼ਨ, ਪਰ ਮਾਨ ਸਿੰਘ ਦਾ ਜਿਹੜੀ ਨੇਚਰ ਹੈ ਉਹ ਸਬਰ ਵਾਲੀ ਹੈ, ਬਿਲਕੁਲ ਕਾਲਾ ਨਹੀਂ ਪੈਂਦਾ ਜਾਂ ਹੈਰਾਨ ਨਹੀਂ ਹੁੰਦਾ, ਮਤਲਬ ਕਿ ਉਹ ਅੰਦਰੋਂ ਤੇ ਹੁੰਦਾ ਹੈ, ਪਰ ਪੇਸ਼ੈਂਟ ਮੈਨੇ ਸਬਰ ਵਾਲਾ, ਡਿਸਪੋਜੀਸ਼ਨ ਮੈਨੇ ਉਹਦਾ ਸੁਭਾਅ ਉਹ ਸਬਰ ਵਾਲਾ ਹੈਗਾ। ਐਂਡ ਪ੍ਰੇਜ਼ਿਸ ਹਿਜ਼ ਫਰੈਂਡ ਜਨਰਸਲੀ ਫॉर ਹਿਜ਼ ਵਾਰ ਸਕਿਲਸ, ਜਨਰਸਲੀ ਮੈਨੇ ਬੜੇ ਖੁੱਲੇ ਦਿਲ ਦੇ ਨਾਲ ਉਹ ਆਪਣੇ ਦੋਸਤ ਦੀਆਂ ਜਿਹੜੀਆਂ ਜੰਗ ਦੀਆਂ ਉਹਦੀਆਂ ਹੁਨਰ ਨੇ, ਜੰਗ ਦੇ ਜਿਹੜੇ ਉਹਦੇ ਗੁਣ ਨੇ, ਉਹਨਾਂ ਦੀ ਉਹ ਪਰਿਵਾਰ ਦੇ ਮੈਂਬਰਾਂ 'ਚ ਕਰਮ ਸਿੰਘ ਦੀ ਬੜੀਆਂ ਸਿਫਤਾਂ ਕਰਦਾ ਹੈ। ਯੈਟ ਦੀ ਮੈਂਬਰਸ ਡੂ ਨਾਟ ਰਿਸਪੌਂਡ ਵਾਰਮਲੀ, ਪਰ ਸੁਣ ਕੇ ਵੀ ਕਰਮ ਸਿੰਘ ਦੇ ਮੈਂਬਰ ਜਿਹੜੇ ਨੇ ਉਹ ਇਸ ਗੱਲ ਦੀ ਪ੍ਰਤੀਕਿਰਿਆ ਕੋਈ ਬੜੇ ਨਿੱਘੇ ਸੁਭਾਅ ਨਾਲ ਨਹੀਂ ਦਿੰਦੇ ਵੀ ਹਾਂ ਕਰਮ ਸਿੰਘ ਸਾਡਾ ਇੱਦਾਂ ਦਾ, ਵਿਚਾਰੇ ਕੋਈ ਜ਼ਿਆਦਾ ਗੱਲ ਹੀ ਨਹੀਂ ਗੋਲਦੇ। ਦੇਵਰ ਹਸਪੀਟੇਬਲ, ਹਸਪੀਟਲ ਮੈਨੀ ਉਹਦੀ ਖਾਣ ਪੀਣ ਦੀ ਸੇਵਾ ਤੇ ਕਰਦੇ ਨੇ, ਉਹਨੂੰ ਚਾਹ ਪਾਣੀ ਪਿਲਾਉਂਦੇ ਨੇ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਬਟ ਰਿਜ਼ਰਵਡ ਐਂਡ ਰੈਟੀਸੈਂਟ, ਰਿਜ਼ਰਵਡ ਮੈਨੇ ਪਰੇ ਪਰੇ ਰਹਿੰਦੇ ਨੇ, ਰੈਟੀਸੈਂਟ ਮੈਨੇ ਬਹੁਤਾ ਬੋਲਦੇ ਨਹੀਂ ਹੈਗੇ, ਚੁੱਪ ਚੁੱਪ ਰਹਿੰਦੇ ਨੇ। ਤੇ ਹੁਣ ਬੜੀ ਹੈਰਾਨੀ ਦੀ ਗੱਲ ਹੈ, ਹੁਣ ਦੇਖੋ ਨਾ ਬੱਚਿਓ, ਤੁਹਾਡਾ ਕੋਈ ਸੁਨੇਹਾ ਬਾਹਰੋਂ ਲੈ ਕੇ ਆਏ, ਫੌਜ ਚੋਂ ਆਏ ਜਾਂ ਬਾਹਰੋਂ ਆਏ, ਤੇ ਬੰਦੇ ਨੂੰ ਚਾਅ ਚੜ ਜਾਂਦਾ ਵੀ ਇਹ ਸਾਡੇ ਘਰ ਦੇ ਮੈਂਬਰ, ਤੇ ਇੱਥੇ ਉਲਟੀ ਗੱਲ ਹੋ ਰਹੀ ਹੈ। ਹੁਣ ਕਿਉਂ ਇੱਦਾਂ ਹੋਇਆ ਕਿਉਂ? ਸੂਨ ਹੀ ਨੋਜ਼ ਦੀ ਰੀਜ਼ਨ ਫॉर ਆਲ ਦਿਸ, ਛੇਤੀ ਹੀ ਉਹਨੂੰ ਇਹਨਾਂ ਗੱਲਾਂ ਦਾ ਕਾਰਨ ਪਤਾ ਲੱਗ ਜਾਂਦਾ ਹੈ। ਐਂਡ ਇਜ਼ ਸ਼ੌਕਡ, ਤੇ ਉਹਨੂੰ ਬੜਾ ਜ਼ਬਰਦਸਤ ਝਟਕਾ ਲੱਗਦਾ ਹੈ ਵੀ ਇੱਦਾਂ ਗੱਲ ਹੋਈ ਹੈ, ਕਿਉਂਕਿ ਹਿਸ ਫਰੈਂਡ ਇਜ਼ ਨੋ ਮੋਰ, ਉਹਦਾ ਜਿਹੜਾ ਦੋਸਤ ਕਰਮ ਸਿੰਘ ਹੈ ਉਹ ਪਿੱਛੋਂ ਦੀ ਜੋ ਹੈ ਹੁਣ ਘਰ ਆਇਆ, ਤੇ ਘਰ ਆ ਕੇ ਕੁਝ ਦਿਨ ਆਪਣੇ ਘਰ ਰਿਹਾ ਹੋਣਾ, ਤੇ ਹੁਣ ਛੁੱਟੀ ਖਤਮ ਹੋਣ ਤੋਂ ਪਹਿਲਾਂ ਉਹ ਕਰਮ ਸਿੰਘ ਦੇ ਘਰ ਗਿਆ, ਤੇ ਇਹਨਾਂ ਦਿਨਾਂ ਵਿੱਚ ਪਿੱਛੋਂ ਦੀ ਕਰਮ ਸਿੰਘ ਦੀ ਮੌਤ ਹੋ ਗਈ ਹੈ, ਤੇ ਜਿਹਦਾ ਮਾਨ ਸਿੰਘ ਨੂੰ ਨਹੀਂ ਪਤਾ। ਸੋ ਹਿਸ ਫਰੈਂਡ ਇਜ਼ ਨੋ ਮੋਰ, ਉਹਦਾ ਦੋਸਤ ਹੁਣ ਨਹੀਂ ਰਿਹਾ ਇਸ ਦੁਨੀਆ ਵਿੱਚ। ਐਂਡ ਹਿਸ ਫੈਮਿਲੀ ਇਜ਼ ਗ੍ਰੀਵਿੰਗ, ਗ੍ਰੀਵਿੰਗ ਮੈਨੇ ਉਹ ਅਫਸੋਸ ਕਰਦੀ ਪਈ ਹੈ, ਉਸ ਦੁੱਖ ਚੋਂ ਲੰਘਦੀ ਪਈ ਹੈ। ਗ੍ਰੀਵਿੰਗ ਦੀ ਟ੍ਰੈਜਿਕ ਲਾਸ, ਇਹ ਦੁੱਖਦਾਈ ਜਿਹੜਾ ਘਾਟਾ ਉਹਨਾਂ ਦੇ ਪਰਿਵਾਰ 'ਚ ਪਿਆ ਹੈ, ਉਸ ਦੁੱਖ ਵਿੱਚੋਂ ਉਹਦਾ ਪਰਿਵਾਰ ਲੰਘ ਰਿਹਾ, ਇਸ ਕਰਕੇ ਉਹ ਵਿਚਾਰੇ ਕੱਲੇ ਕੱਲੇ ਪਰੇ ਪਰੇ ਰਹਿੰਦੇ ਨੇ, ਜ਼ਿਆਦਾ ਬੋਲਦੇ ਨਹੀਂ ਹੈਗੇ। ਉਹਨੂੰ ਬੜਾ ਹੱਸ ਕੇ ਜੱਫੀਆਂ ਪਾ ਕੇ ਉਹਨੂੰ ਸਵਾਗਤ ਨਹੀਂ ਕੀਤਾ। ਤੇ ਫਿਰ ਕੀ ਟੀਅਰਸ ਵੈਲ ਅਪ ਇਨ ਹਿਜ਼ ਆਈਜ਼, ਜਦੋਂ ਉਹਨੂੰ ਪਤਾ ਲੱਗਦਾ ਵਿਚਾਰੇ ਨੂੰ ਇਸ ਦੁੱਖ ਦਾ, ਤੇ ਉਹਦੀਆਂ ਅੱਖਾਂ ਜਿਹੜੀਆਂ ਨੇ ਹੰਝੂਆਂ ਨਾਲ ਭਰ ਜਾਂਦੀਆਂ ਨੇ ਮਾਨ ਸਿੰਘ ਦੀਆਂ। ਹੀ ਇਜ਼ ਦਸ ਅ ਸੈਂਸਿਟਿਵ ਐਂਡ ਇਮੋਸ਼ਨਲ ਕਰੈਕਟਰ, ਇੱਧਰੋਂ ਪਤਾ ਲੱਗਦਾ ਕਿ ਮਾਨ ਸਿੰਘ ਇੱਕ ਸੰਵੇਦਨਸ਼ੀਲ ਤੇ ਬੜਾ ਜਜ਼ਬਾਤੀ ਕਿਸਮ ਦਾ ਜਿਹੜਾ ਹੈ ਇਨਸਾਨ ਹੈਗਾ, ਵੀ ਉਹ ਪੱਥਰ ਦਿਲ ਨਹੀਂ ਹੈਗਾ, ਬੇਸ਼ੱਕ ਉਹ ਫੌਜ ਵਿੱਚ ਹੈਗਾ, ਪਰ ਉਹ ਵੀ ਆਖਿਰਕਾਰ ਇਨਸਾਨ ਹੈਗਾ, ਉਹਦਾ ਵੀ ਪਰਿਵਾਰ ਹੈਗਾ, ਤੇ ਆਪਣੇ ਮਿੱਤਰ ਦੇ ਪਰਿਵਾਰ ਦਾ ਜਿਹੜਾ ਦੁੱਖ ਹੈਗਾ, ਉਹਦਾ ਮਿੱਤਰ ਚਲਾ ਗਿਆ ਤੇ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ। ਹੀ ਸੀਜ਼ ਹਿਜ਼ ਫਰੈਂਡਸ ਫਾਦਰ ਵਿਦ ਮੋਰ ਰਿਸਪੈਕਟ, ਪਹਿਲਾਂ ਉਹ ਹੈਰਾਨ ਹੋ ਰਿਹਾ ਸੀ ਕਿ ਇੱਦਾਂ ਕਿਉਂ ਕਰਦੇ ਪਏ ਨੇ, ਹੁਣ ਉਹਦੀ ਨਜ਼ਰਾਂ ਵਿੱਚ ਉਹਦੇ ਦੋਸਤ ਦੇ ਪਿਤਾ ਦੀ ਜਿਹੜੀ ਇੱਜ਼ਤ ਹੈ ਹੋਰ ਵੱਧ ਜਾਂਦੀ ਹੈ। ਕਿਉਂ? ਫॉर ਹਿਜ਼ ਸਟਰੈਂਥ, ਉਹਦੀ ਤਾਕਤ, ਐਂਡ ਮੈਚਿਓਰਿਟੀ, ਸਿਆਣਪ ਕਰਕੇ। ਹੂ ਟਰਾਈਜ਼ ਟੂ ਕੀਪ ਦੀ ਨਿਊਜ਼ ਆਫ ਦੀ ਡੈਥ ਫਰੋਮ ਹਿਮ, ਜਿਸਨੇ ਆਪਣੇ ਪੁੱਤਰ ਦੀ ਮੌਤ ਦਾ ਜਿਹੜੀ ਖਬਰ ਸੀਗੀ ਉਹਦੇ ਤੋਂ ਮਾਨ ਸਿੰਘ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਉਹਦੀ ਆਓ ਭਗਤ ਕੀਤੀ, ਪਰ ਉਹਨਾਂ ਖੁੱਲ੍ਹ ਕੇ ਉਹਦੇ ਨਾਲ ਉਹਨਾਂ ਗੱਲਾਂ ਬਾਤਾਂ ਨਹੀਂ ਕਰ ਸਕੇ, ਕਿਉਂਕਿ ਉਹਨਾਂ ਵਿਚਾਰਿਆਂ ਦੇ ਹਿਰਦੇ ਦੇ ਵਿੱਚ ਆਪਣਾ ਜਿਹੜਾ ਉਹਨਾਂ ਦਾ ਪੁੱਤਰ ਸੀ, ਜਵਾਨ ਪੁੱਤਰ ਮਰ ਚੁੱਕਾ ਸੀ, ਉਹਦਾ ਦੁੱਖ ਜਿਹੜਾ ਸੀ ਉਹ ਲੈ ਕੇ ਬੈਠੇ ਸੀਗੇ, ਤੇ ਉਹ ਚਾਹੁੰਦੇ ਸੀ ਕਿ ਅਸੀਂ ਇਸ ਗੱਲ ਦਾ ਮਾਨ ਸਿੰਘ ਨੂੰ ਨਾ ਦੱਸੀਏ, ਉਹਦੀ ਛੁੱਟੀ ਦਾ ਸਵਾਦ ਖਰਾਬ ਹੋ ਜਾਏਗਾ। ਸੋ ਇਸ ਕਰਕੇ ਉਹ ਮਾਨ ਸਿੰਘ ਦੀ ਨਜ਼ਰਾਂ ਵਿੱਚ ਉਹਦੇ ਪਿਤਾ ਦੀ, ਕਰਮ ਸਿੰਘ ਦੇ ਪਿਤਾ ਦੀ ਇੱਜ਼ਤ ਹੋਰ ਵੱਧ ਗਈ ਕਿ ਇਹਦਾ ਪਿਓ ਕਿੰਨਾ ਦਲੇਰ ਹੈਗਾ, ਵੀ ਸਾਡੇ ਨਾਲ ਦੇਖੋ ਮੇਰੇ ਮੋਹਰੇ ਰੋਏ ਨਹੀਂ, ਭਾਵੇਂ ਉਹ ਮਤਲਬ ਕਿ ਰੁੱਖੇ ਰੁੱਖੇ ਜਿਹੇ ਰਹੇ, ਚੁੱਪ ਚੁੱਪ ਜਿਹੇ ਰਹੇ, ਤੇ ਉਹਨੂੰ ਹੈਰਾਨੀ ਤੇ ਹੋ ਰਹੀ ਸੀਗੀ। ਪਰ ਡਾਕੀਆ ਜਿਹੜੇ ਪੈਨਸ਼ਨ ਦੀ ਖਬਰ ਲੈ ਕੇ ਆਇਆ, ਕਰਮ ਸਿੰਘ ਦੀ ਪੈਨਸ਼ਨ ਦੀ ਖਬਰ ਤੁਹਾਨੂੰ ਪਤਾ ਲੱਗ ਗਿਆ। ਤੇ ਇਹ ਹੈਗਾ ਬੱਚਿਓ ਕਰਮ ਸਿੰਘ ਦਾ ਮਾਨ ਸਿੰਘ ਦਾ ਕਰੈਕਟਰ ਸਕੈਚ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਕੁਐਸਚਨ ਨੰਬਰ 3, ਵਾਈ ਡਿਡ ਮਾਨ ਸਿੰਘ ਵਿਜ਼ਿਟ ਕਰਮ ਸਿੰਘਸ ਵਿਲੇਜ ਡਿਊਰਿੰਗ ਹਿਜ਼ ਲੀਵ।
ਮਾਨ ਸਿੰਘ ਕਰਮ ਸਿੰਘ ਦੇ ਪਿੰਡ ਆਪਣੀ ਛੁੱਟੀ ਦੌਰਾਨ ਕਿਉਂ ਗਿਆ। ਇੱਕ ਸਵਾਲ ਹੈਗਾ ਹਾਊ ਡਿਡ ਕਰਮ ਸਿੰਘ ਫੈਮਿਲੀ ਟ੍ਰੀਟ ਹਿਮ, ਕਰਮ ਸਿੰਘ ਦੇ ਪਰਿਵਾਰ ਨੇ ਉਹਦੇ ਨਾਲ ਕਿੱਦਾਂ ਦਾ ਵਿਹਾਰ ਕੀਤਾ। ਇਹ ਦੂਜਾ ਸਵਾਲ ਹੈ, ਦੂਜਾ ਪੈਰਾਗ੍ਰਾਫ ਆ ਜਾਏਗਾ ਵਟ ਵਾਜ਼ ਦੀ ਰੀਜ਼ਨ ਫॉर ਸਚ ਟ੍ਰੀਟਮੈਂਟ, ਇਹੋ ਜਿਹੇ ਵਿਹਾਰ ਲਈ ਕੀ ਕਾਰਨ ਸੀ। ਸੋ ਤੀਜਾ ਸਵਾਲ ਆ ਗਿਆ, ਇਹਨੂੰ ਅਸੀਂ ਤਿੰਨ ਪੈਰਾਗ੍ਰਾਫ ਵਿੱਚ ਲਿਖਾਂਗੇ, ਠੀਕ ਹੈ। ਸੋ ਪਹਿਲਾ ਹੈਗਾ ਮਾਨ ਸਿੰਘ ਵਿਜ਼ਿਟਡ ਕਰਮ ਸਿੰਘ's ਵਿਲੇਜ ਡਿਊਰਿੰਗ ਹਿਜ਼ ਲੀਵ because Karam Singh had requested him to go to his place and meet his family before he returned from his break, ਇਹ ਕਾਰਨ ਸੀ, ਠੀਕ ਹੈ। ਅਰਥਾਤ ਮਾਨ ਸਿੰਘ ਕਰਮ ਸਿੰਘ ਦੇ ਪਿੰਡ ਆਪਣੀ ਛੁੱਟੀ ਦੌਰਾਨ ਇਸ ਕਰਕੇ ਗਿਆ ਕਿਉਂਕਿ ਕਰਮ ਸਿੰਘ ਨੇ ਉਹਨੂੰ ਬੇਨਤੀ ਕੀਤੀ ਸੀ ਕਿ ਉਹਦੇ ਪਿੰਡ ਜਾਵੇ, ਟੂ ਹਿਸ ਪਲੇਸ, ਉਹਦੇ ਘਰ ਜਾਵੇ, ਮੀਟ ਹਿਸ ਫੈਮਿਲੀ, ਉਹਦੇ ਪਰਿਵਾਰ ਨੂੰ ਮਿਲੇ, ਬਿਫੋਰ ਹੀ ਰਿਟਰਨ ਫਰੋਮ ਹਿਸ ਬ੍ਰੇਕ, ਬ੍ਰੇਕ ਮੈਨੇ ਉਹ ਆਪਣੀ ਛੁੱਟੀ ਮੁੱਕਣ ਤੋਂ ਪਹਿਲਾਂ, ਮਤਲਬ ਜਿਹੜੇ ਵਾਪਸ ਆਏ, ਵਾਪਸ ਆਉਣ ਤੋਂ ਪਹਿਲੇ ਉਹਦੇ ਘਰ ਜਾ ਕੇ ਉਹਦੇ ਪਰਿਵਾਰ ਨੂੰ ਮਿਲੇ। ਸੋ ਕਰਮ ਸਿੰਘ ਨੇ ਬੇਨਤੀ ਕੀਤੀ ਤਾਂ ਉਹਦੇ ਘਰ ਗਿਆ ਸੀਗਾ। ਤੇ ਦੂਜੀ ਗੱਲ ਨਾਲ ਜੋੜ ਕੇ ਇਹ ਲਿਖ ਸਕਦੇ ਹਾਂ ਕਰਮ ਸਿੰਘ ਆਲਸੋ ਰੋਟ ਟੂ ਹਿਸ ਫੈਮਿਲੀ ਦੈਟ ਹਿਸ ਫਰੈਂਡ ਮਾਨ ਸਿੰਘ ਵੁੱਡ ਕਾਲ ਔਨ them, ਕਰਮ ਸਿੰਘ ਨੇ ਦੂਜੇ ਬੰਨੇ ਆਪਣੇ ਪਰਿਵਾਰ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਉਹਦਾ ਇੱਕ ਮਿੱਤਰ ਹੈਗਾ ਮਾਨ ਸਿੰਘ, ਫੌਜ ਦੇ ਨਾਲ ਕੰਮ ਕਰਦਾ ਹੈ, ਉਹ ਘਰ ਆਏਗਾ ਤੇ ਉਹਨਾਂ ਦੇ ਕਰਮ ਸਿੰਘ ਦੇ ਘਰ ਉਹਨਾਂ ਨੂੰ ਮਿਲਣ ਆਏਗਾ, ਇਸ ਕਰਕੇ ਹੋ ਗਿਆ ਸੀ, ਠੀਕ ਹੈ। ਸੋ ਦੂਜਾ ਜਵਾਬ ਹੈ ਕਰਮ ਸਿੰਘ's family treated him in a too formal and cheerless manner, cheerless ਮਨੀ ਹਾਸਾ ਨਹੀਂ ਸੀ ਚਿਹਰਿਆਂ ਤੇ ਉਹਨਾਂ ਦੇ, ਚੀਅਰ ਹੁੰਦੇ ਮਨੀ ਹਾਸਾ, ਖੁਸ਼ੀ, ਸਮਾਈਲ, cheerless manner ਅਰਥਾਤ ਬਿਲਕੁਲ ਵੀ ਉਹਨਾਂ ਦੇ ਚਿਹਰੇ ਤੇ ਕਿਸੇ ਕਿਸਮ ਦੀ ਕੋਈ ਖੁਸ਼ੀ ਜਾਂ ਹਾਸਾ ਨਹੀਂ ਸੀ। ਤੇ ਟੂ ਫਾਰਮਲ ਮੈਨੇ ਬੜਾ ਰਸਮੀ ਜਿਹਾ, ਜਿੱਦਾਂ ਕੋਈ ਬੰਦਾ ਕੋਈ ਓਪਰਾ ਜਿਹਾ ਬੰਦਾ ਆਵੇ ਤੇ ਉਹਨੂੰ ਮਿਲਦਾ ਉੱਦਾਂ ਮਿਲੇ, ਤੇ ਉਹਨੂੰ ਬੜੀ ਹੈਰਾਨੀ ਸੀ ਕਿ ਉਹ ਤੇ ਸੋਚੇ ਕਿ ਮੈਨੂੰ ਤੇ ਉਹ ਬੜਾ ਮੇਰਾ ਹਾਸਾ ਠੱਠਾ ਹੋਏਗਾ, ਬੜਾ ਇੰਜੋਏ ਕਰਾਂਗੇ, ਬੜੇ ਜੱਫੀਆਂ ਪਾਉਣਗੇ, ਉਹਦਾ ਭਰਾ ਜੱਫੀ ਪਾਏਗਾ, ਉਹਦਾ ਪਿਓ ਨੂੰ ਜੱਫੀ ਪਾਏਗਾ। ਦੇ ਵਰ ਹੌਸਪੀਟੇਬਲ ਟੂ ਹਿਮ ਅਰਥਾਤ ਉਹਨਾਂ ਨੇ ਉਹਦੀ ਸੇਵਾ ਤੇ ਕੀਤੀ, ਚਾਹ ਪਾਣੀ ਪਿਲਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਬਟ ਦੀ ਵੈਲਕਮ ਵਾਜ਼ ਫਾਰ ਫਰੋਮ ਵਾਰਮ ਐਂਡ ਇਨਵਾਈਟਿੰਗ, ਪਰ ਜਿਹੜਾ ਸਵਾਗਤ ਸੀਗਾ ਉਹ ਕਿਸੇ ਵੀ ਪੱਖੋਂ ਨਿੱਘਾ ਜਾਂ ਜੀ ਆਇਆਂ ਕਹਿਣ ਵਾਲਾ ਨਹੀਂ ਸੀਗਾ, ਠੀਕ ਹੈ। ਦੀ ਡਰਾਈ ਕੋਲਡ ਬਿਹੇਵੀਅਰ ਡਿਸਮੇਡ ਮਾਨ ਸਿੰਘ, ਇਹੋ ਜਿਹਾ ਰੁੱਖਾ ਤੇ ਠੰਡਾ ਜਿਹੜਾ ਵਿਹਾਰ ਸੀ ਉਹਨਾਂ ਦਾ, ਡਿਸਮੇਡ ਮੈਨੇ ਉਹਨੂੰ ਹੈਰਾਨ ਕਰ ਦਿੱਤਾ, ਵੀ ਹੈਰਾਨ ਪਰੇਸ਼ਾਨ ਕਰ ਦਿੱਤਾ। ਮਾਨ ਸਿੰਘ ਅੰਦਰੋਂ ਬੜਾ ਪਰੇਸ਼ਾਨ ਹੋਇਆ ਵੀ ਇਹ ਕਰ ਕੀ ਰਹੇ ਨੇ, ਵੀ ਇਹ ਗੱਲ ਕੀ ਹੈਗੀ। ਉਹ ਸੋਚੀ ਪਿਆ ਰਿਹਾ ਵੀ ਇਹ ਤੇ ਬੜੇ ਅਜੀਬ ਗਰੀਬ ਬੰਦੇ ਨੇ, ਵੀ ਕਰਮ ਸਿੰਘ ਤੇ ਮੇਰਾ ਬੜਾ ਵਧੀਆ ਦੋਸਤ ਹੈਗਾ, ਉਹਨੇ ਮੈਨੂੰ ਚੇਚਾ ਕਿਹਾ ਤੂੰ ਘਰ ਜਾ ਕੇ ਆਈ, ਤੇ ਇਹ ਦੇ ਵਿਚਾਰੇ ਵੀ ਜਿੱਦਾਂ ਮਤਲਬ ਕਿ ਇਹਨਾਂ ਨੂੰ ਮੇਰੇ ਆਉਣ ਦੀ ਖੁਸ਼ੀ ਨਹੀਂ ਹੈਗੀ। ਸੋ ਇਹ ਹੈਗੀ ਸੀ ਟ੍ਰੀਟਮੈਂਟ, ਇਹ ਸੀ ਦੂਜਾ ਸਵਾਲ। ਹੁਣ ਕਿਉਂ ਕਾਰਨ, ਉਹਦਾ ਅਗਲਾ ਪੈਰਾਗ੍ਰਾਫ ਹੈ, ਇਹਦਾ ਕਿਉਂ ਕੀਤਾ। ਦੀ ਰੀਜ਼ਨ ਫॉर ਸਚ ਟ੍ਰੀਟਮੈਂਟ ਵਾਜ਼ ਨਾਟ ਦੀ ਇੰਡਿਫਰੈਂਸ ਆਫ ਕਰਮ ਸਿੰਘ's ਫੈਮਿਲੀ, ਕਹਿੰਦੇ ਇਹ ਜਿਹੜਾ ਕਾਰਨ ਸੀ ਇਹੋ ਜਿਹੇ ਵਿਹਾਰ ਦਾ, ਇਹ ਇੱਦਾਂ ਨਹੀਂ ਸੀ ਵੀ ਕਰਮ ਸਿੰਘ ਦੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਰੁੱਖੇ ਕਿਸਮ ਦੇ ਸੀਗੇ, ਬੇਰੁਖੀ ਨਹੀਂ ਸੀ। ਦੀ ਫੈਮਿਲੀ ਵਾਜ਼ ਅੰਡਰ ਅਨਬੀਅਰੇਬਲ ਪੇਨ, ਜਿਹੜਾ ਪਰਿਵਾਰ ਸੀਗਾ ਉਹ ਨਾ ਝੱਲਣ ਯੋਗ ਦਰਦ ਐਂਡ ਗਰੀਫ, ਦੁੱਖ ਦੇ ਹੇਠ ਸੀਗਾ, ਉਹਦੇ ਥੱਲੇ ਦੱਬਿਆ ਹੋਇਆ ਸੀ। ਬਿਕੋਜ਼ ਕਰਮ ਸਿੰਘ ਹੈਡ ਪਾਸਡ ਅਵੇ, ਇਸ ਗੱਲ ਦਾ ਮਾਨ ਸਿੰਘ ਨੂੰ ਪਤਾ ਨਹੀਂ ਸੀਗਾ। ਅਰਥਾਤ ਉਹਨਾਂ ਦਾ ਜੋ ਜਵਾਨ ਪੁੱਤਰ ਜਿਹੜਾ ਸੀ ਮੈਂਬਰ ਕਰਮ ਸਿੰਘ ਜਿਹੜਾ ਸੀਗਾ ਉਹ ਦੁਨੀਆ ਤੋਂ ਕੂਚ ਕਰ ਚੁੱਕਾ ਸੀ, ਅਕਾਲ ਚਲਾਣਾ ਕਰ ਚੁੱਕਾ ਸੀ ਤੇ ਜੰਗ ਵਿੱਚ ਮਰ ਗਿਆ ਸੀਗਾ। ਇਹ ਜਿਹੜਾ ਨਾ ਝੱਲਣ ਯੋਗ ਦੁੱਖ ਅਤੇ ਦਰਦ ਜਿਹੜਾ ਸੀ ਉਹ ਆਪਣੇ ਦਿਲਾਂ ਤੇ ਲੈ ਕੇ ਬੈਠੇ ਸੀ, ਇਸ ਕਰਕੇ ਉਹਨਾਂ ਦਾ ਵਿਹਾਰ ਇਦਾਂ ਦਾ ਸੀ, ਠੀਕ ਹੈ। ਮਾਨ ਸਿੰਘ ਡਿਡ ਨਾਟ ਨੋ ਦਿਸ, ਮਾਨ ਸਿੰਘ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੋਰ ਓਵਰ, ਤੇ ਨਾਲੇ ਦੂਜੀ ਗੱਲ ਹੈਗੀ ਹੈ ਕਰਮਸ ਫੈਮਿਲੀ ਡਿਡ ਨਾਟ ਵਾਂਟ ਟੂ ਸ਼ੇਅਰ ਦਿਸ ਨਿਊਜ਼ ਵਿਦ ਮਾਨ ਸਿੰਘ, ਤੇ ਕਰਮ ਸਿੰਘ ਦੇ ਜਿਹੜੇ ਸੀਗੇ ਪਰਿਵਾਰ ਦੇ ਮੈਂਬਰ ਉਹ ਆਪ ਵੀ ਨਹੀਂ ਚਾਹੁੰਦੇ ਸੀਗੇ ਕਿ ਇਹ ਜਿਹੜੀ ਖਬਰ ਹੈਗੀ ਹੈ ਮਾਨ ਸਿੰਘ ਨਾਲ ਸਾਂਝੀ ਕੀਤੀ ਜਾਵੇ। ਕਿਉਂ? ਐਜ਼ ਦੇ ਡਿਡ ਨਾਟ ਵਾਂਟ ਟੂ ਸਪੋਇਲ ਹਿਜ਼ ਹੌਲੀਡੇਜ਼, ਕਿਉਂਕਿ ਉਹ ਨਹੀਂ ਚਾਹੁੰਦੇ ਸੀਗੇ ਕਿ ਉਹ ਵਿਚਾਰਾ ਜਿਹੜਾ ਮਾਨ ਸਿੰਘ ਹੈ ਉਹ ਆਪਣੀ ਛੁੱਟੀ ਕੱਟਣ ਆਇਆ, ਆਪਣੇ ਪਰਿਵਾਰ ਨਾਲ ਹੱਸਣ ਖੇਡਣ ਆਇਆ, ਚੰਗੇ ਦਿਨ ਬਿਤਾਉਣ ਆਇਆ, ਤੇ ਉਹਨੂੰ ਇਹ ਦੁਖਦਾਈ ਖਬਰ ਸੁਣਾ ਕੇ ਉਹਦੀ ਛੁੱਟੀਆਂ ਦਾ ਸਵਾਦ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਅਰਥਾਤ ਉਹ ਬੜੇ ਵੱਡੇ ਜਿਗਰੇ ਵਾਲੇ ਸੀਗੇ, ਬੜੇ ਸਿਆਣੇ ਸੀਗੇ, ਜਿਹੜੇ ਦੁੱਖ ਆਪਣੀ ਛਾਤੀ 'ਚ ਦਬਾ ਕੇ ਦੱਬੀ ਰੱਖਿਆ ਉਹਨਾਂ ਨੇ ਵਿਚਾਰਿਆਂ ਨੇ, ਪਰ ਮਾਨ ਸਿੰਘ ਨਾਲ ਸਾਂਝਾ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਸੀ ਅਸੀਂ ਨਹੀਂ ਕਰਾਂਗੇ। ਬਾਅਦ ਚੋਂ ਆਫਕੋਰਸ ਉਹ ਕਿਸੇ ਬਹਾਨਾ ਇੱਦਾਂ ਬਣ ਗਿਆ ਤੇ ਉਹਨੂੰ ਪਤਾ ਲੱਗ ਗਿਆ, ਠੀਕ ਹੈ। ਆਓ ਅੱਗੇ ਚਲੀਏ। ਕੁਐਸਚਨ ਨੰਬਰ 4, ਗਿਵ ਅ ਬਰੀਫ ਕਰੈਕਟਰ ਸਕੈਚ ਆਫ ਕਰਮ ਸਿੰਘ's ਫਾਦਰ, ਕਹਿੰਦੇ ਸੰਖੇਪ ਦੇ ਵਿੱਚ ਕਰਮ ਸਿੰਘ ਦੇ ਪਿਤਾ ਦਾ ਜੋ ਕਰੈਕਟਰ ਸਕੈਚ ਹੈ, ਉਹਦੀ ਜੋ ਨੇਚਰ ਹੈ, ਉਹਦਾ ਜੋ ਕਿਰਦਾਰ ਹੈ, ਉਹਦੇ ਬਾਰੇ ਲਿਖੋ। ਕਰਮ ਸਿੰਘ's ਫਾਦਰ ਇਜ਼ ਦੀ ਸੀਨੀਅਰ ਮੋਸਟ ਮੈਂਬਰ ਐਂਡ ਹੈਡ ਆਫ ਹਿਸ ਫੈਮਿਲੀ, ਪੱਕੀ ਗੱਲ ਇਹ ਤੇ ਮਤਲਬ ਯਕੀਨੀ ਗੱਲ ਹੈ, ਕਰਮ ਸਿੰਘ ਜਿਹੜਾ ਹੈਗਾ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਅਤੇ ਮੁਖੀ ਹੈਗਾ। ਹੀ ਹੈਜ਼ ਗਰੋਨ ਅਪ ਇਨ ਅ ਰੀਜਨ ਵੇਅਰ ਵਿਲੇਜਿਸ ਹੈਵ ਫੋਰਟਸ ਬਿਲਟ ਫॉर देयर ਪ੍ਰੋਟੈਕਸ਼ਨ, ਅਰਥਾਤ ਉਹ ਉਸ ਇਲਾਕੇ ਵਿੱਚ ਵੱਡਾ ਹੋਇਆ ਹੈ, ਜਨਮ ਹੋਇਆ ਹੈ, ਵੱਡਾ ਹੋਇਆ ਹੈ, ਜਿਸ ਇਲਾਕੇ ਵਿੱਚ ਪਿੰਡਾਂ ਦੇ ਵਿੱਚ ਕਿਲੇ ਬਣੇ ਹੋਏ ਨੇ ਪਿੰਡਾਂ ਦੀ ਰਾਖੀ ਲਈ। ਦੀ ਟੂਮਸ
एंड मोन्यूमेंट्स, इन्होंने टॉम्स नहीं बोलना, इन्होंने टूम्स बोलना है, टूम ने मकबरे कबरां, एंड मोन्यूमेंट्स ते होर जिहड़े स्मारक बने हुए हैं, बिल्डिंगां पुराने किले बने हुए हैं, टेल डेथलैस स्टोरीज ऑफ हीरोइक फाइट्स अगेंस्ट द इन्वेडर्स। वो जिहड़े मकबरे ने कबरां ने या जिहड़े पुराने किले ने वो ना मरणयोग अर्थात सदा चलन वालियां कहानियां ऑफ हीरोइक फाइट्स, दलेरी वालियां जंगां जड़ियां लड़ियां उस पिंड के लोगों ने अगेंस्ट द इन्वेडर, धाड़वियां के खिलाफ जो जंगां लड़ियां, अर्थात बड़े जुझारू किस्म के सारे वो लोग ने पिंडां दे, ते उन्हां कहानियां नूं सुणदे होए वड्डा होया। ही इज़ दस स्ट्रोंग, इस करके जिहड़ा करम सिंह दा प्यो है बड़ा तगड़ा है, स्ट्रोंग है, एंड इमेंसली कैपेबल ऑफ एब्जॉर्बिंग शॉक्स, ते जिंदगी विच आने वाले जिहड़े झटके ने उन्हां नूं झल्लणयोग है, वो बड़ा तगड़ा इस गल का जज्बा है कि वह छोटे मोटे दुख नूं परवाह नहीं करता, छोटी मोटी सट का परवाह नहीं करता। ही वॉलंटियर्स टू टेक एन एडिशनल बर्डन टू स्पेयर अनदर परसनस डिस्कंफर्ट, तो यह खूबी है कि वह अपने आप मोहरे होंदा है भी दूजे की जिहड़ी दुख तकलीफ है वह भार भी अपने उत्ते लैण नूं राजी हो जाता है, वह यह सुभाव है, अर्थात अपनी जिम्मेवारियां तो निभाता ही है, दूजे का भी जो कोई तकलीफ है दुख है उन्होंने दूर करने लिए भी वह अपना आप अगे सौंपता है। फिर अगे की है, कहने दो विजिबली शेकन बाय हिज सन्स डेथ, भावें कि वह प्रत्यक्ष तौर पर लगता है कि वो पुत्र की मौत ने उन्होंने झंझोड़ के रख दिता है। ही अटैम्प्ट्स टू कीप दिस अ सीक्रेट फ्रॉम हिज सन्स फ्रेंड मान सिंह, पर फिर भी वो अपने पुत्र के दोस्त मान सिंह तो इस गल नूं अपने पुत्र की मौत नूं भेत रख मतलब कि लुको के रखना चाहता है, वो नहीं चाहता कि वो दोस्त नूं मैं गल दसां, काहदे लई, सो एज नॉट टू स्पॉयल हिज हॉलीडेज विद द ट्रैजिक न्यूज़, ते जिहड़ी दुखदाई खबर हुई है जिहड़ी जिहड़ी ट्रैजिक ट्रैजिडी उन्हां दे घर वापरी है ਉਹਦੇ करके मान सिंह की छुट्टियां का स्वाद खराब ना हो जाए। ऑन नोइंग दिस, फिर उन्हें पता लग जाता है बाद चों, मान सिंह को पता लग जाता है जब डाकिया खबर लैके आंदा, ऑन नोइंग दिस, यह जानने मगरों मान सिंह थिंक्स ऑफ हिम एज द मिथिकल बुल, मान सिंह फिर सोचता है भी यह जो प्यो करम सिंह का प्यो है यह तो मिथिहासक बल्द है, विच बीयर्स दी अर्थ ऑपरेसिव बर्डन, जो कि धरती का इन्ना वड्डा भार अपने सिर ते लैके बैठा है, यह बच्चों मिथिहास है, बट इज स्टिल विलिंग टू शेयर अदर पीपल्स बर्डनस, पर धरती ते इन्ना वड्डा भार झल्लण लैके लैण तो बाद भी वो दूजियां दा भार साझा करन विच, दूजियां दा भार लैण विच भी वो झकदा नहीं हैगा, वो इस गल दी मोहरे हुंदा है भी इन्ने वड्डे दिल वाला है, दूजियां दा दुख भी समझदा है, अपना दुख लांभे रख के दूजियां दा दुख, अर्थात इदा क्यों किया उन्होंने भी ਉਹਦੇ सिर ते वो तो बेचारे उन्हें छाती ते पत्थर रखा भी ਉਹਦਾ जवान पुत्र मर गया, पर दूजे बन्ने की सोच रहा है भी यह गल असीं मान सिंह नूं, उन्होंने पता है करम सिंह ने चिट्ठी लिखी सी कि मान सिंह का दोस्त उन्होंने घर आएगा, तो उन्हें घर फैसला कर लिया होना क्या होना भी मान सिंह नूं यह गल नहीं दसनी भी करम सिंह की मौत हो गई है, नहीं तो वो बेचारा छुट्टियां कट्टण आया, वो छुट्टियां का स्वाद उसका खराब हो जाएगा। सो कितनी वड्डी गल है, मतलब उन्होंने मान सिंह के आन ते नहीं कि रोना धोना शुरू कर दिता, अफसोस शुरू करता भी काका तेरा दोस्त मर गया, असीं तो यह दुख लैके बैठे हाँ। सो उन्होंने वो चाह पानी भी छकाया, प्रशादा पानी भी छकाया, हालांकि वो उन्हें खुल के हस के गल्लां नहीं कर सके, जिस गल ने मान सिंह नूं हैरान भी किया, पर यह इसकी बड़ी वडियाई सी करम सिंह के पिता की कि उन्हें कोशिश यह की कि असीं मान सिंह नूं यह गल ना दसीए, तो जो मान सिंह मुड़ के ड्यूटी पर जाएगा उन्होंने यह गल आप ही पता लग जाएगी। ठीक है, आगे चलिए क्वेश्चन नंबर 5, आखिरी क्वेश्चन आ गया, डिस्कस द एप्रोप्रिएटनेस ऑफ द टाइटल ऑफ द स्टोरी द बुल बीनीथ द अर्थ, कहते जिहड़ी यह कहानी का सिरलेख है द बुल बीनीथ द अर्थ भी धरती हेठला बल्द, यह जिहड़ा सिरलेख हैगा ਇਹਦਾ ਤੁਸੀਂ एप्रोप्रिएटनेस भी यह कितना ढुकवां है, ਇਹਦੇ बारे चर्चा करो भी यह कहानी का सिरलेख कहानीकार ने यह क्यों दिता है। ठीक है, आओ देखिए, द टाइटल ऑफ द स्टोरी द बुल बीनीथ द अर्थ इज बीफिटिंग, बीफिटिंग मैंने बिल्कुल फिट बैठता है, ढुकवां है, किदां हुण दी चर्चा करनी आपां। मैनी पीपल इन इंडिया बिलीव दैट देयर इज अ बुल बीनीथ द अर्थ दैट सपोर्ट्स इट, इंडिया दे विच बहुत सारे लोग यह विश्वास करते हैं, भावें कि यह वहम है, अंधविश्वास है कि धरती के हेठ एक बल्द है जिन्हें अपने सिंगां के उत्ते धरती को सहारा दिता हुआ है। गुरु नानक पातशाह ने जपजी साहिब की बाणी च जिक्र किया है तो इस अंधविश्वास का खंडन किया है। गुरु साहब कहते हैं धरती होर परै होर तिसते भार तलै कवन जोर, कहते जे बल्द उत्ते धरती है तो बल्द भी किसी थले होर धरती से खड़ा होना है, वो थले एक होर बल्द होना है, वो भी किसी धरती से खड़ा होना है। ठीक है, फिर वो थले भी धरती होनी है। सो यह दौर कितने तक चलेगा, अर्थात यह गल कोई
ਢੁਕਵੀਂ ਨਹੀਂ ਹੈਗੀ, ਇਹ ਸਿਰਫ ਮਿਥਿਹਾਸ ਹੈਗਾ। ਸੋ ਇਹ ਗੁਰੂ ਸਾਹਿਬ ਨੇ ਸਮਝਾਇਆ ਧੌਲ ਧਰਮ ਦਿਆ ਕਾ ਪੂਤ, ਅਰਥਾਤ ਉਹ ਜਿਹੜਾ ਬਲਦ ਹੈਗਾ ਉਹ ਅਕਾਲ ਪੁਰਖ ਦਾ ਸਦਾ ਕਾਇਮ ਰਹਿਣ ਵਾਲਾ ਧਰਮ ਰੂਪੀ ਕਾਨੂੰਨ ਹੈਗਾ, ਹੁਕਮ ਹੈਗਾ, ਤੇ ਉਹ ਦਇਆ ਦਾ ਪੁੱਤਰ ਹੈਗਾ। ਅਰਥਾਤ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ ਤੇ ਅਕਾਲ ਪੁਰਖ ਪਰਮਾਤਮਾ ਦਇਆ ਦਾ ਘਰ ਹੈਗਾ। ਉਸ ਦਇਆ ਦੇ ਘਰ ਵਿੱਚੋਂ ਹੀ ਧਰਮ ਰੂਪੀ ਹੁਕਮ ਵਾਹਿਗੁਰੂ ਦਾ ਵਾਪਰ ਰਿਹਾ, ਤੇ ਉਹ ਹੁਕਮ ਹੀ ਅਟਲ ਹੁਕਮ ਪਰਮਾਤਮਾ ਦੀ ਅਥਾਹ ਸ਼ਕਤੀ ਹੈ ਜਿਹਨੇ ਧਰਤੀ ਨੂੰ ਪੁਲਾੜ ਦੇ ਵਿੱਚ ਟਿਕਾ ਕੇ ਰੱਖਿਆ ਹੈ, ਤੇ ਧਰਤੀ ਆਪਣੀ ਧੁਰੀ ਤੇ ਵੀ ਘੁੰਮਦੀ ਹੈ ਤੇ ਸੂਰਜ ਦੇ ਇਰਦ ਗਿਰਦ ਵੀ ਘੁੰਮਦੀ ਹੈ। ਸੋ ਕੋਈ ਬਲਦ ਨਹੀਂ ਹੈਗਾ, ਠੀਕ ਹੈ। ਸੋ ਪਰ ਲੋਕ ਕਈ ਮੰਨਦੇ ਨੇ, ਵਿਸ਼ਵਾਸ ਹੈ ਉਹਨਾਂ ਦਾ, ਮੈਨੀ ਪੀਪਲ ਬਿਲੀਵ ਇਨ ਇੰਡੀਆ ਬਿਲੀਵ ਦੈਟ ਦੇਰ ਇਜ਼ ਅ ਬੁੱਲ ਬੀਨੀਥ ਦੀ ਅਰਥ ਦੈਟ ਸਪੋਰਟਸ ਇਟ। ਦੀ ਟਾਈਟਲ ਰੈਫਰਸ ਟੂ ਦਿਸ ਮਿਥੀਕਲ ਬੁੱਲ ਬੀਅਰਿੰਗ ਦੀ ਅਰਥ ਬਰਡਨ। ਕਹਿੰਦੇ ਜਿਹੜਾ ਇਹ ਸਿਰਲੇਖ ਹੈਗਾ ਉਹ ਇਸ ਮਿਥਿਹਾਸਕ ਬਲਦ ਵੱਲ ਇਸ਼ਾਰਾ ਕਰਦਾ ਹੈ ਜਿਹਨੇ ਧਰਤੀ ਦਾ ਭਾਰ ਆਪਣੇ ਸਿਰ ਤੇ ਚੱਕਿਆ ਹੋਇਆ, ਠੀਕ ਹੈ। ਦੀ ਬੁੱਲ ਇਜ਼ ਦੀ ਮੈਟਾਫੋਰ ਫॉर ਕਰਮ ਸਿੰਘ ਫਾਦਰ, ਤੇ ਜਿਹੜਾ ਬਲਦ ਹੈਗਾ ਇਹ ਕਰਮ ਸਿੰਘ ਦੇ ਪਿਤਾ ਲਈ ਇੱਕ ਮੈਟਾਫੋਰ ਨੇ, ਅਲੰਕਾਰ ਹੈਗਾ। ਜਿੱਦਾਂ ਜਿਹੜਾ ਬੰਦਾ ਬੜਾ ਬਹਾਦਰ ਹੋਵੇ ਅਸੀਂ ਕਹਿੰਦੇ ਨੇ ਇਹ ਸ਼ੇਰ ਹੈਗਾ, ਜਿਹੜਾ ਬੰਦਾ ਬੜਾ ਲਾਲਚੀ ਹੋਵੇ ਕਹਿੰਦੇ ਇਹਦੀ ਤੇ ਕੁੱਤੇ ਵਾਲੀ ਨੀਤ ਹੈਗੀ ਹੈ, ਕੋਈ ਬੰਦਾ ਬੜਾ ਚਲਾਕ ਹੋਵੇ ਅਸੀਂ ਕਹਿੰਦੇ ਆ ਇਹ ਤੇ ਲੂੰਬੜੀ ਹੈਗੀ ਹੈ, ਹਨਾ। ਸੋ ਇਸ ਤਰ੍ਹਾਂ ਜਿਹੜਾ ਬੰਦਾ ਬੜਾ ਡਰਪੋਕ ਹੋਵੇ ਕਹਿੰਦੇ ਤੇ ਸ਼ੇਹਾ ਹੈਗਾ, ਸੋ ਜਾਂ ਕਬੂਤਰ ਹੈਗਾ। ਸੋ ਇਸ ਤਰ੍ਹਾਂ ਮਤਲਬ ਕਿ ਇਹ ਅਲੰਕਾਰ ਹੁੰਦੇ ਨੇ, ਕਿਉਂਕਿ ਬਲਦ ਨੇ ਧਰਤੀ ਦਾ ਭਾਰ ਸਿਰ ਤੇ ਚੱਕਿਆ ਹੈ। ਤਾਂ ਕਰਮ ਸਿੰਘ ਬੜਾ ਤਗੜਾ ਹੈ, ਜਿਗਰੇ ਵਾਲਾ ਹੈ, ਇਸ ਕਰਮ ਸਿੰਘ ਦਾ ਪਿਓ। ਸੋ ਕਰਮ ਸਿੰਘ ਦੇ ਪਿਤਾ ਲਈ ਲਿਖਾਰੀ ਨੇ ਇਹ ਮੈਟਾਫੋਰ ਅਲੰਕਾਰ ਵਰਤਿਆ ਬਲਦ ਵਾਸਤੇ, ਠੀਕ ਹੈ। ਮਤਲਬ ਕਰਮ ਸਿੰਘ ਦੇ ਪਿਤਾ ਲਈ ਉਹਨੇ ਉਹ ਮਿਥਿਹਾਸਕ ਬਲਦ ਦੀ ਉਪਮਾ ਦਿੱਤੀ ਹੈ। He has grown up among the harrowing stories of fearless fights against the invaders। ਜਿਹੜਾ ਕਰਮ ਸਿੰਘ ਦਾ ਪਿਤਾ ਹੈ ਉਹ ਬਹੁਤ ਸਾਰੀਆਂ ਨਿਰਭੈਤਾ ਵਾਲੀਆਂ ਜੰਗਾਂ, ਲੜਾਈਆਂ, ਧਾੜਵੀਆਂ ਦੇ ਖਿਲਾਫ ਜਿਹੜੀਆਂ ਲੜੀਆਂ ਗਈਆਂ ਨੇ ਉਹਦੇ ਪਿੰਡ ਦੇ, ਉਹਦੇ ਇਲਾਕੇ ਦੇ ਲੋਕਾਂ ਵੱਲੋਂ, ਉਹਦੀਆਂ ਜਿਹੜੀਆਂ ਦਲੇਰੀ ਭਰੀਆਂ ਕਹਾਣੀਆਂ, ਜਿੱਦਾਂ ਅਸੀਂ ਗੁਰਬਾਣੀ 'ਚ ਪੜ੍ਹਿਆ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਾਬਿਆਂ ਦੀਆਂ ਕਹਾਣੀਆਂ, ਪੁਰਖਿਆਂ ਦੀਆਂ ਚੰਗੀਆਂ ਕਹਾਣੀਆਂ ਸੁਣ ਕੇ ਪੁੱਤਰ ਸਪੁੱਤਰ ਬਣ ਜਾਂਦੇ ਹਨ। ਸੋ ਇਹ ਜਿਹੜਾ ਕਰਮ ਸਿੰਘ ਦਾ ਪਿਤਾ ਹੈ ਇੱਦਾਂ ਦੀਆਂ ਦਲੇਰੀ ਦੀਆਂ ਕਹਾਣੀਆਂ ਸੁਣ ਕੇ ਵੱਡਾ ਹੋਇਆ, ਇਸ ਕਰਕੇ ਹੀ ਇਜ਼ ਬਰੇਵ, ਉਹ ਬੜਾ ਬਹਾਦਰ ਹੈ, ਐਂਡ ਮੈਂਟਲੀ ਸਟਰੋਂਗ, ਅਤੇ ਮਾਨਸਿਕ ਤੌਰ ਤੇ ਬੜਾ ਤਗੜਾ ਹੈ। ਤੇ ਇੰਨਾ ਤਗੜਾ ਹੈ ਟੂ ਵਿਦਸਟੈਂਡ ਲਾਈਫਸ ਅਪਸ ਐਂਡ ਡਾਊਨਸ, ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਜਿਹੜੇ ਆਉਂਦੇ ਨੇ ਉਹਨਾਂ ਨੂੰ ਝੱਲਣਯੋਗ ਹੈ, ਮਾਨਸਿਕ ਤੌਰ ਤੇ ਬੜਾ ਤਗੜਾ ਹੈ। ਫਿਰ ਅੱਗੇ ਕਹਿੰਦੇ ਨੇ his son has recently died in the war, ਤੇ ਹੁਣੀ ਪਿੱਛੇ ਜੇ ਥੋੜਾ ਦਿਨ ਪਹਿਲੇ ਉਹਦਾ ਜਿਹੜਾ ਪੁੱਤਰ ਹੈ ਜੰਗ ਦੇ ਵਿੱਚ ਮਰ ਗਿਆ ਹੈ। but he puts up a brave face, ਪਰ ਇਹਦੇ ਬਾਵਜੂਦ ਵੀ ਉਹ ਬੜਾ ਇੱਕ ਤਗੜਾ, ਇੱਕ ਬਹਾਦਰੀ ਵਾਲਾ ਜਿਹੜਾ ਆਪਣਾ ਕਿਰਦਾਰ ਹੈ ਉਹ ਪੇਸ਼ ਕਰਦਾ ਹੈ ਸਾਹਮਣੇ। and keeps the news from his son's friend, ਤੇ ਇਸ ਖਬਰ ਨੂੰ ਆਪਣੇ ਪੁੱਤਰ ਦੇ ਦੋਸਤ ਕੋਲੋਂ ਜੋ ਉਹਦੇ ਘਰ ਆਇਆ, ਉਹਨਾਂ ਨੂੰ ਮਿਲਣ ਆਇਆ, ਉਹ ਤੋਂ ਉਹਨਾਂ ਨੂੰ ਸਾਂਝੇ ਨਹੀਂ ਕਰਦਾ, ਉਹਨਾਂ ਕੋ ਆਪਣੇ ਅੰਦਰ ਹਿਰਦੇ 'ਚ ਆਪਣੀ ਛਾਤੀ 'ਚ ਦੱਬ ਕੇ ਰੱਖਦਾ ਹੈ। ਉਹ ਖਬਰ ਚਾਹੁੰਦਾ ਵੀ ਉਹਦੇ ਦੋਸਤ ਨੂੰ ਨਾ ਪਤਾ ਲੱਗੇ, ਸੋ ਦੈਟ ਦੀ ਟ੍ਰੈਜਿਕ ਨਿਊਜ਼ ਮਾਈਟ ਨਾਟ ਸਪੋਇਲ ਹਿਜ਼ ਹੌਲੀਡੇਜ਼, ਤਾਂ ਕਿ ਜਿਹੜੀ ਇਹ ਦੁਖਦਾਈ ਖਬਰ ਹੈ ਕਿਤੇ ਉਹਦੇ ਦੋਸਤ ਦੀਆਂ ਛੁੱਟੀਆਂ ਦਾ ਸਵਾਦ ਖਰਾਬ ਨਾ ਕਰ ਦੇਵੇ। ਲਾਈਕ ਦੀ ਮਿਥੀਕਲ ਬੁੱਲ, ਅਰਥਾਤ ਉਸ ਮਿਥਿਹਾਸਕ ਬਲਦ ਵਾਂਗੂ, ਹੀ ਨਾਟ ਓਨਲੀ ਬੀਅਰਸ ਹਿਜ਼ ਲੋਡ, ਉਹ ਸਿਰਫ ਆਪਣਾ ਹੀ ਭਾਰ ਜਿਹੜਾ ਉਹਨੇ ਸਿਰ ਤੇ ਚੱਕਿਆ ਉਹੀ ਨਹੀਂ ਚੱਕਦਾ, ਬਟ ਆਲਸੋ ਵੋਲੰਟੀਅਰਸ ਟੂ ਸ਼ੇਅਰ ਅਦਰਸ ਡਿਸਕੰਫਰਟ, ਪਰ ਉਹ ਫਿਰ ਦੂਜਿਆਂ ਦਾ ਦੁੱਖ ਜਿਹੜਾ ਹੈ ਉਹਨੂੰ ਸਾਂਝਾ ਕਰਨ ਵਿੱਚ ਵੀ ਉਹ ਮੋਹਰੇ ਹੁੰਦਾ ਹੈ, ਆਪਣਾ ਆਪ ਸੌਂਪਦਾ ਹੈ, ਵੋਲੰਟੀਅਰ ਕਰਦਾ ਹੈ। ਦੀ ਟਾਈਟਲ ਸਿਰਲੇਖ ਦਸ ਇਸ ਕਰਕੇ ਕੈਪਚਰਸ ਦੀ ਥੀਮ ਆਫ ਦਾ ਸਟੋਰੀ, ਉਹ ਜਿਹੜਾ ਕਹਾਣੀ ਦਾ ਵਿਸ਼ਾ ਹੈ ਉਹਨੂੰ ਬੜੇ ਸਹਿਜੇ ਢੰਗ ਦੇ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਉਹਨੂੰ ਆਪਣੀ ਪਕੜ ਵਿੱਚ ਲੈਂਦਾ ਹੈ, ਉਹਨੂੰ ਦਰਸਾਉਂਦਾ ਹੈ, ਐਂਡ ਇਜ਼ ਐਪਰੋਪ੍ਰੀਏਟ, ਅਤੇ ਬੜਾ ਢੁਕਵਾਂ ਹੈ। ਸੋ ਇਸ ਤਰ੍ਹਾਂ ਬੱਚੇ ਅਸੀਂ ਡਿਸਕਸ ਕਰਕੇ ਇਹਨੂੰ ਜਸਟੀਫਾਈ ਕਰ ਸਕਦੇ ਹਾਂ ਕਿ ਜਿਹੜੀ ਇਹ ਕਹਾਣੀ ਹੈ ਉਹਦਾ ਸਿਰਲੇਖ ਬਿਲਕੁਲ ਦਰੁਸਤ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਲੈਸਨ ਦੇ 5 ਲੌਂਗ ਆਨਸਰ ਟਾਈਪ ਕੁਐਸਚਨਸ, ਸੋ ਤੁਸੀਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।